ਬੱਬੂ ਮਾਨ 26 ਤਰੀਕ ਨੂੰ ਉਹਨਾਂ ਨੇ ਕਿਹਾ, ਜਦੋਂ ਮੈਂ ਆਪਦੇ ਮੇਰੇ ਜਿਹੜੇ ਮਾਂ-ਬਾਪ ਉਹ ਮੈਨੂੰ ਦੁੱਖ ਹੋਇਆ ਜਾਂ ਉਦੋਂ ਮੈਂ ਜੋ ਰੋਇਆ ਜਦੋਂ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ, 26 ਤਰੀਕ ਨੂੰ ਮੈਂ ਉਵੇਂ ਹੀ ਰੋਇਆ। ਹੁਣ ਤੁਸੀਂ ਇੱਕ ਗੱਲ ਨੂੰ ਸਮਝੋ, 26 ਤਰੀਕ ਨੂੰ ਹੋਇਆ ਕੀ ਸੀ? 26 ਤਰੀਕ ਨੂੰ ਤਾਂ ਇੱਕ ਜੋ ਨਿਸ਼ਾਨ ਸਾਹਿਬ ਦੇ ਉਲਟ ਸਾਡੇ ਉਸ ਚਿੰਨ੍ਹ, ਜੋ ਸਾਡਾ ਸੱਭਿਆਚਾਰਕ ਚਿੰਨ੍ਹ ਵੀ ਆ, ਸਾਡਾ ਧਾਰਮਿਕ ਚਿੰਨ੍ਹ ਵੀ ਆ, ਸਾਡਾ ਸਭ ਕੁਝ ਹੀ ਉਹ ਆ, ਉਹਦੇ ਉਲਟ ਇੱਕ ਬਿਰਤਾਂਤ, ਇੱਕ ਨੈਰੇਟਿਵ ਸਿਰਜਿਆ ਗਿਆ ਵੀ ਯਾਰ ਇਹ ਤਾਂ ਬਹੁਤ ਗਲਤ ਹੋ ਗਿਆ। ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਤੁਹਾਡੇ ਮਨ 'ਚ ਕੀ ਆ, ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ। ਲੋਕਾਂ ਨੇ ਤਾਂ ਤੁਹਾਡੇ ਬਿਆਨ ਨੂੰ ਸਮਝਣਾ ਹੁੰਦਾ, ਤੇ ਉਹਦੀ ਸਿੱਧੀ ਸਮਝ ਹੀ ਐਂ ਆਈ ਵੀ ਤੁਸੀਂ ਜੋ ਗੱਲ ਕਹੀ ਆ 26 ਤਰੀਕ ਨੂੰ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਗਿਆ ਉਹਦੇ ਉਲਟ ਗੱਲ ਕਹੀ ਆ। ਕਿਉਂਕਿ ਇੱਕ ਗੱਲ ਅਸੀਂ ਯਾਦ ਰੱਖੀਏ ਹਮੇਸ਼ਾ, ਅ ਮੈਨ ਵਿਲ ਆਲਵੇਜ਼ ਬੀ ਜਜਡ ਥਰੂ ਹਿਜ਼ ਕੰਡਕਟ, ਹਿਜ਼ ਸਬਸੀਕੁਐਂਟ ਕੰਡਕਟ ਐਂਡ ਹਿਜ਼ ਪੋਸਚਰਿੰਗ। ਪੰਜਾਬੀ ਅਦਾਕਾਰ ਦੀਪ ਸਿੱਧੂ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਉਹਨਾਂ ਦੇ ਕਿਸੇ ਨਾ ਕਿਸੇ ਬਿਆਨ ਉੱਤੇ ਲਗਾਤਾਰ ਵਿਵਾਦ ਹੁੰਦੇ ਰਹਿੰਦੇ ਨੇ। ਪਿਛਲੇ ਦਿਨੀ ਉਹਨਾਂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਬਾਰੇ ਕੁਝ ਅਜਿਹਾ ਬੋਲ ਦਿੱਤਾ ਸੀ, ਜਿਸ ਤੋਂ ਬਾਅਦ ਇੱਕ ਵਾਰ ਫਿਰ ਵਿਵਾਦ ਛਿੜ ਗਿਆ। ਪਰ ਹੁਣ ਇਸ ਮਾਮਲੇ ਤੇ ਇੱਕ ਵਾਰ ਫਿਰ ਦੀਪ ਸਿੱਧੂ ਨੇ ਨਵਾਂ ਬਿਆਨ ਦੇ ਦਿੱਤਾ ਹੈ। ਹੁਣ ਇੱਕ ਬੱਬੂ ਮਾਨ ਤੇ ਮੇਰੀ ਕੋਈ ਜਿਹੜੀ ਪ੍ਰਤੀਕਿਰਿਆ ਸੀ ਤੇ ਉਹਨਾਂ ਤੇ ਜਿਹੜੀ ਮੈਂ ਗੱਲ ਕਹੀ ਉਹਨੂੰ ਕਿਵੇਂ ਲਿਆ ਗਿਆ। ਅਸੀਂ ਜਦੋਂ ਸੰਘਰਸ਼ ਲੜ ਰਹੇ ਹਾਂ ਤੇ ਪੰਜਾਬ ਦੀ ਖਾਤਰ ਤੁਰੇ ਹਾਂ, ਉੱਥੇ ਆਪਾਂ ਨਿੱਜੀ ਵੈਰ ਵਿਰੋਧਤਾ ਨਹੀਂ ਪਾਲ ਕੇ ਤੁਰੇ ਨਾ। ਇਹ ਤਾਂ ਬਹੁਤ ਛੋਟੀ ਗੱਲ ਹੁੰਦੀ ਆ, ਇਹ ਬੜੀ ਛੋਟੀ ਗੱਲ ਹੁੰਦੀ ਆ ਵੀ ਅਸੀਂ ਨਿੱਜੀ ਵੈਰ ਵਿਰੋਧ ਪਾਲ ਕੇ ਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨ ਲੱਗ ਜਾਈਏ। ਨਹੀਂ, ਮੇਰਾ ਬੱਬੂ ਮਾਨ ਉਹਨਾਂ ਨਾਲ ਕੋਈ ਵੀ ਨਿੱਜੀ ਵੈਰ ਵਿਰੋਧ ਨਹੀਂ ਆ। ਨਿੱਜ ਤੇ ਜਾਂ ਪਰਸਨਲੀ ਮੈਂ ਉਹਨਾਂ ਦੀ ਇੱਜ਼ਤ ਕਰਦਾ, ਪਰ ਜਦੋਂ ਸਿਧਾਂਤਕ ਗੱਲ ਆਉਂਦੀ ਆ, ਸਿਧਾਂਤਕ ਗੱਲ ਕੀ ਆ? 26 ਤਰੀਕ ਨੂੰ ਉਹਨਾਂ ਨੇ ਕਿਹਾ, ਜਦੋਂ ਮੈਂ ਆਪਦੇ ਮੇਰੇ ਜਿਹੜੇ ਮਾਂ-ਬਾਪ ਉਹ ਮੈਨੂੰ ਦੁੱਖ ਹੋਇਆ ਜਾਂ ਉਦੋਂ ਮੈਂ ਜੋ ਰੋਇਆ ਜਦੋਂ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ, 26 ਤਰੀਕ ਨੂੰ ਮੈਂ ਉਵੇਂ ਹੀ ਰੋਇਆ। ਹੁਣ ਤੁਸੀਂ ਇੱਕ ਗੱਲ ਨੂੰ ਸਮਝੋ, 26 ਤਰੀਕ ਨੂੰ ਹੋਇਆ ਕੀ ਸੀ? 26 ਤਰੀਕ ਨੂੰ ਤਾਂ ਇੱਕ ਜੋ ਨਿਸ਼ਾਨ ਸਾਹਿਬ ਦੇ ਉਲਟ ਸਾਡੇ ਉਸ ਚਿੰਨ੍ਹ, ਜੋ ਸਾਡਾ ਸੱਭਿਆਚਾਰਕ ਚਿੰਨ੍ਹ ਵੀ ਆ, ਸਾਡਾ ਧਾਰਮਿਕ ਚਿੰਨ੍ਹ ਵੀ ਆ, ਸਾਡਾ ਸਭ ਕੁਝ ਹੀ ਉਹ ਆ, ਉਹਦੇ ਉਲਟ ਇੱਕ ਬਿਰਤਾਂਤ, ਇੱਕ ਨੈਰੇਟਿਵ ਸਿਰਜਿਆ ਗਿਆ ਵੀ ਯਾਰ ਇਹ ਤਾਂ ਬਹੁਤ ਗਲਤ ਹੋ ਗਿਆ। ਤੇ ਸਭ ਕੁਝ ਜਿਹੜੇ ਬੰਦੇ ਲਾਲ ਕਿਲੇ 'ਚ ਗਏ ਉਹ ਤਾਂ ਗੁੰਮਰਾਹ ਕੀਤੇ ਹੋਏ ਲੋਕ ਸੀ, ਉਹਨਾਂ ਨੂੰ ਜਿਵੇਂ ਕੁਝ ਪਤਾ ਹੀ ਨਹੀਂ ਸੀ। ਹੁਣ ਉਹ ਨੈਰੇਟਿਵ ਕਿਸ ਗੱਲ ਦੇ ਉਲਟ ਗਿਆ? ਉਹ ਨੈਰੇਟਿਵ ਇੱਕ ਉਸ ਵੇਲੇ ਪੰਜਾਬ ਦਾ ਜੋ ਸੱਭਿਆਚਾਰ ਆ, ਪੰਜਾਬ ਦਾ ਇੱਕ ਸੱਭਿਆਚਾਰਕ ਹਿੱਸਾ ਜਾਂ ਧਰਮ ਦਾ ਸਾਡਾ ਇੱਕ ਚਿੰਨ੍ਹ ਆ, ਉਹਦੇ ਉਲਟ ਗਿਆ। ਉਹਦੇ ਨਿਸ਼ਾਨ ਸਾਹਿਬ ਹੀ ਲਹਿਰਾਇਆ ਸੀ ਨਾ। ਹੁਣ ਜਦੋਂ ਤੁਸੀਂ ਕੁਝ ਬਿਆਨ ਦਿੰਦੇ ਹੋ, ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਤੁਹਾਡੇ ਮਨ 'ਚ ਕੀ ਆ, ਲੋਕਾਂ ਨੂੰ ਇਹ ਗੱਲ ਦਾ ਨਹੀਂ ਪਤਾ। ਲੋਕਾਂ ਨੇ ਤਾਂ ਤੁਹਾਡੇ ਬਿਆਨ ਨੂੰ ਸਮਝਣਾ ਹੁੰਦਾ, ਤੇ ਉਹਦੀ ਸਿੱਧੀ ਸਮਝ ਹੀ ਐਂ ਆਈ ਵੀ ਤੁਸੀਂ ਜੋ ਗੱਲ ਕਹੀ ਆ 26 ਤਰੀਕ ਨੂੰ ਜਿਹੜਾ ਨਿਸ਼ਾਨ ਸਾਹਿਬ ਚਲਾਇਆ ਗਿਆ ਉਹਦੇ ਉਲਟ ਗੱਲ ਕਹੀ ਆ। ਕਿਉਂਕਿ ਇੱਕ ਗੱਲ ਅਸੀਂ ਯਾਦ ਰੱਖੀਏ ਹਮੇਸ਼ਾ, ਅ ਮੈਨ ਵਿਲ ਆਲਵੇਜ਼ ਬੀ ਜਜਡ ਥਰੂ ਹਿਜ਼ ਕੰਡਕਟ, ਹਿਜ਼ ਸਬਸੀਕੁਐਂਟ ਕੰਡਕਟ ਐਂਡ ਹਿਜ਼ ਪੋਸਚਰਿੰਗ। ਇਹਦਾ ਮਤਲਬ ਕੀ ਆ? ਇਨਸਾਨ ਜਦੋਂ ਨਾ ਕੋਈ ਵੀ ਜੱਜ ਕੀਤਾ ਜਾਂਦਾ, ਉਹ ਉਹਦੇ ਵਿਹਾਰ ਤੋਂ, ਉਹਦੀਆਂ ਗੱਲਾਂ ਬਾਤਾਂ ਤੋਂ, ਉਹਦੇ ਬਿਆਨਾਂ ਤੋਂ, ਤੇ ਉਹਦਾ ਕਿਸ ਤਰ੍ਹਾਂ ਦਾ ਪੋਸਚਰ ਆ, ਕਿਸੇ ਘਟਨਾ ਨੂੰ ਲੈ ਕੇ ਪ੍ਰਤੀਕਿਰਿਆ ਕੀ ਆ, ਉਸ ਗੱਲ ਤੋਂ ਜੱਜ ਕੀਤਾ ਜਾਂਦਾ। ਸਾਨੂੰ ਨਹੀਂ ਪਤਾ ਤੁਹਾਡੇ ਮਨ 'ਚ ਕੀ ਪਿਆ ਸੀ, ਅਸੀਂ ਅੰਤਰਯਾਮੀ ਥੋੜ੍ਹੀ ਆ। ਫਿਰ ਜਦੋਂ 26 ਤਰੀਕ ਨੂੰ ਤੁਹਾਡਾ ਫਰਜ਼ ਬਣਦਾ ਸੀ ਸਿਧਾਂਤ ਤੇ ਖੜਨਾ, ਸਿਧਾਂਤ ਦੀ ਪਹਿਰਾਦਾਰੀ ਕਰਨੀ, ਉਦੋਂ ਤੁਸੀਂ ਕਨਫਿਊਜ਼ਡ ਸਟੇਟਮੈਂਟ ਦੇ ਰਹੇ ਹੋ ਤੇ ਫਿਰ ਉਹਨੂੰ ਕਲੈਰੀਫਾਈ ਕਰ ਰਹੇ ਹੋ ਵੀ ਨਹੀਂ ਜੀ, ਮੈਂ ਆਹ ਨਹੀਂ ਕਿਹਾ ਸੀ, ਮੈਂ ਤਾਂ ਆਹ ਕਿਹਾ ਸੀ। ਸੋ ਸਿਧਾਂਤਕ ਜਿਹੜੀ ਲੜਾਈ ਆ ਨਾ, ਉੱਥੇ ਅੱਜ ਦੀਪ ਸਿੱਧੂ ਇਹ ਗੱਲ ਸੰਗਤ ਸਾਹਮਣੇ ਕਬੂਲਦਾ ਵੀ ਸਿਧਾਂਤ ਤੇ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ। ਸਿਧਾਂਤ ਤੇ ਜਿਹੜੀ ਵਿਰੋਧਤਾ ਹੋਊਗੀ ਉਹ ਸਪਸ਼ਟ ਰੂਪ 'ਚ ਹੋਊਗੀ, ਚਾਹੇ ਕੋਈ ਵੀ ਹੋਵੇ। ਹਾਂ, ਪਰਸਨਲੀ ਮੇਰੀ ਕੋਈ ਲੜਾਈ ਨਹੀਂ ਆ, ਮੈਂ ਉਹਨਾਂ ਦੀ ਇੱਜ਼ਤ ਕਰਦਾ, ਪਰ ਸਿਧਾਂਤਕ ਤੌਰ ਤੇ ਆਪਦੀਆਂ ਜ਼ਮੀਰਾਂ ਨਹੀਂ ਮਾਰ ਸਕਦੇ। ਹਾਲਾਂਕਿ ਬੱਬੂ ਮਾਨ ਬਾਈ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਵੀ ਜਿਹੜਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਲਹਿਰਾਇਆ ਗਿਆ ਨਾ, ਉਹ ਕੁਛ ਗਲਤ ਨਹੀਂ ਹੋਇਆ। ਅਸੀਂ ਬੜੇ ਸ਼ਾਂਤਮਈ ਇੱਕ ਖਾਲੀ ਪੋਲ ਤੇ ਜਾ ਕੇ ਸਾਡੀ ਸੰਗਤ ਨੇ ਨਿਸ਼ਾਨ ਸਾਹਿਬ ਆਪਦਾ ਉੱਥੇ ਤੇ ਕਿਸਾਨੀ ਝੰਡਾ ਇੱਕ ਪ੍ਰੋਟੈਸਟ ਰੋਸ ਵਜੋਂ ਸਰਕਾਰ ਨੂੰ ਜਗਾਉਣ ਖਾਤਰ ਅਸੀਂ ਲਾਤਾ, ਤੇ ਉਹ ਤਾਂ ਬੜਾ ਇਤਿਹਾਸਕ ਦਿਨ ਸੀ। ਜੇ ਤੁਸੀਂ ਸੰਘਰਸ਼ ਦੇ ਉਸ ਵਹਿਣ 'ਚ ਬਹਿ ਕੇ ਤੁਸੀਂ ਉਸ ਗੱਲ ਨੂੰ ਸਮਝੋਗੇ। ਹੋਰ ਬੜੀ ਗੱਲ ਆ ਵੀ ਬੜੇ ਲੋਕ ਇਹ ਸੋਚਦੇ ਆ ਵੀ ਬੜਾ ਵੱਡਾ ਨੁਕਸਾਨ ਹੋ ਜਾਣਾ ਸੀ। ਨਹੀਂ, ਨੁਕਸਾਨ ਤਾਂ ਉਸ ਗੁਰੂ ਸਾਹਿਬ ਨੇ ਜਦੋਂ ਸਾਡੀ ਅੰਗ ਸੰਗ ਸਹਾਈ ਆ, ਸਾਨੂੰ
ਉਸ ਨੁਕਸਾਨ ਤੋਂ ਤਾਂ ਬਚਾਇਆ ਨਾ, ਨਹੀਂ ਹੋਇਆ ਨਾ, ਨਹੀਂ ਹੋਇਆ ਇਹਦਾ ਮਤਲਬ ਉਹ ਗੁਰੂ ਦੀ ਰਜ਼ਾ 'ਚ ਹੀ ਸਭ ਕੁਝ ਚੱਲ ਰਿਹਾ ਸੀ। ਨੁਕਸਾਨ ਤਾਂ ਬਹੁਤ ਹੋਰ, ਅਸੀਂ ਜਿਸ ਤਰ੍ਹਾਂ 26 ਨਵੰਬਰ ਨੂੰ ਗਏ ਸੀ, ਫਿਰ 26 ਜਨਵਰੀ ਤੱਕ ਉੱਥੇ ਬੈਠੇ ਸੀ, ਕਦੇ ਵੀ ਹੋ ਸਕਦਾ ਸੀ ਸਾਡਾ। ਸੋ ਜੇ ਸਾਡੇ ਗੁਰੂ ਅੰਗ ਸੰਗ ਸਹਾਈ ਆ ਸਾਡਾ, ਤੇ ਅਸੀਂ ਆਪਦੇ ਜਿਹੜੇ ਸਿਧਾਂਤ ਤੇ ਪਹਿਰਾ ਹੀ ਨਾ ਦਈਏ, ਤੇ ਸਿਧਾਂਤ ਤੇ ਸਪਸ਼ਟਤਾ ਨਾ ਰੱਖੀਏ, ਤੇ ਅਸੀਂ ਜੇ ਕੋਈ ਆਪਦੀ ਭਾਸ਼ਾ ਜਾਂ ਬਿਆਨਬਾਜ਼ੀ ਇਹੋ ਜਿਹੀ ਕਰੀਏ ਉਹਦਾ ਕੋਈ ਵੀ ਮਤਲਬ ਨਿਕਲ ਸਕਦਾ। ਤੇ 26 ਤਰੀਕ ਨੂੰ ਉਹਦਾ ਜੋ ਮਤਲਬ ਨਿਕਲਿਆ ਉਹ ਤੁਹਾਨੂੰ ਵੀ ਪਤਾ, ਤੇ ਤੁਹਾਨੂੰ ਮੁੜ ਕੇ ਆ ਕੇ ਉਹਦੇ ਤੇ ਸਫਾਈ ਦੇਣੀ ਪਈ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਇਹੀ ਸੀ, ਤੁਹਾਡੇ ਬਿਆਨ ਨੇ 26 ਤਰੀਕ ਨੂੰ ਜੋ ਇੱਕ ਨੈਰੇਟਿਵ ਸਿਰਜਿਆ ਗਿਆ ਸੀ ਵੀ ਨਿਸ਼ਾਨ ਸਾਹਿਬ ਲਾ ਕੇ ਤੇ ਕਿਸਾਨੀ ਝੰਡਾ ਲਾ ਕੇ ਇਹ ਤਾਂ ਯਾਰ ਸੰਘਰਸ਼ ਨੂੰ ਢਾਹ ਲੱਗ ਗਈ, ਉਹਨੂੰ ਹੀ ਹੈਲਪ ਕੀਤੀ ਆ, ਨਾ ਕਿ ਸਿਧਾਂਤ ਤੇ ਤੁਸੀਂ ਪਹਿਰਾ ਦਿੱਤਾ। ਸੋ ਇਸ ਕਰਕੇ ਸਿਧਾਂਤਕ ਵਖਰੇਵਾਂ, ਸਿਧਾਂਤ ਤੇ ਜਦੋਂ ਵੀ ਕਿਤੇ ਗੱਲ ਆਊਗੀ ਜੇ ਕਿਤੇ ਸਾਡੇ 'ਚ ਉੱਥੇ ਵਖਰੇਵੇਂ ਆ, ਤੇ ਸਿਧਾਂਤ ਕੀ ਆ? ਸਿਧਾਂਤ ਸਾਡਾ ਨਿਸ਼ਾਨ ਸਾਹਿਬ ਦਾ ਸਿਧਾਂਤ ਆ, ਸਰਬੱਤ ਦੇ ਭਲੇ ਦਾ ਸਿਧਾਂਤ ਆ, ਉਸ ਚਿੰਨ੍ਹ ਦਾ ਸਿਧਾਂਤ ਆ ਜਿਹਦੇ ਅਧੀਨ ਸਾਨੂੰ ਮਲਕੀਅਤ ਮਿਲੀ ਆ, ਸਾਨੂੰ ਜ਼ਮੀਨਾਂ ਮਿਲੀਆਂ, ਅਸੀਂ ਸਰਦਾਰ ਬਣੇ ਆ, ਅਸੀਂ ਜ਼ਮੀਨਾਂ ਦੇ ਮਾਲਕ ਬਣੇ ਆ। ਸੋ ਸਾਡੇ ਉਸ ਸਿਧਾਂਤ ਤੋਂ, ਸਾਡੇ ਉਹਨਾਂ ਚਿੰਨ੍ਹਾਂ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਉਹਨਾਂ ਚਿੰਨ੍ਹਾਂ ਤੋਂ ਅਸੀਂ ਪਾਸੇ ਜਾ ਕੇ ਆਪਦੀਆਂ ਜ਼ਮੀਨਾਂ ਨਹੀਂ ਬਚਾ ਸਕਦੇ। ਪਹਿਲਾਂ ਜ਼ਮੀਰ ਜਿਉਂਦੀ ਰੱਖਣੀ ਪਊਗੀ, ਫਿਰ ਜ਼ਮੀਨ ਬਚਾਉਣੀ ਪਊਗੀ। ਸੋ ਫਿਰ ਹੀ ਜ਼ਮੀਨ ਬਚੂਗੀ। ਜੇ ਜ਼ਮੀਰ ਜਿਉਂਦੀ ਨਹੀਂ ਹੈ ਤਾਂ ਅੱਜ ਗਈ ਕਿ ਕੱਲ ਗਈ। ਇਸ ਕਰਕੇ ਜਦੋਂ ਸਿਧਾਂਤ ਤੇ ਗੱਲ ਆਵੇ ਉਦੋਂ ਸਪਸ਼ਟਤਾ ਹੋਣੀ ਬਹੁਤ ਜ਼ਰੂਰੀ ਆ। ਇਹ ਗੱਲ ਮੈਂ ਕਲੀਅਰ ਕਰ ਦੇਣੀ ਆ। ਬਾਕੀ ਕਿਸੇ ਤਰ੍ਹਾਂ ਦਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਆ। ਸਿਧਾਂਤ ਤੇ ਮੈਂ ਕਿਸੇ ਨੂੰ ਨਹੀਂ ਬਖਸ਼ਣਾ, ਚਾਹੇ ਫਿਰ ਕੋਈ ਵੀ ਹੋਵੇ। ਇਸ ਕਰਕੇ ਇਸ ਗੱਲ ਨੂੰ ਕਿਸੇ ਨਿੱਜ ਦੇ ਥਰੂ ਨਾ ਦੇਖਿਆ ਜਾਵੇ। ਇਹ ਗੱਲ ਇੱਕ ਵੱਡੇ ਪਰਪਸ 'ਚ ਕਹੀ ਹੋਈ